ਗਿਆਨਹੀਣੰ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ। ਗਿਆਨਹੀਣੰ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਜੋ ਲੜੀਵਾਰ ਵਿਚਾਰ ਆਪਾਂ ਆਰੰਭ ਕੀਤੀ ਹੈ, ਤੇ ਇਸ ਲੜੀ ਦੇ ਤਹਿਤ ਅੱਜ ਆਪਾਂ 22 ਨੰਬਰ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ। ਇਹ ਸ਼ਲੋਕ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1412 ਦੇ ਉੱਪਰ ਸੁਭਾਇਮਾਨ ਹੈ। ਗਿਆਨ ਦੀ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਹੈ। ਗਿਆਨ ਤੋਂ ਬਿਨਾਂ ਮਨੁੱਖ ਜ਼ਿੰਦਗੀ ਇੱਦਾਂ ਜਿਉਂਦਾ ਹੈ ਜਿਵੇਂ ਇੱਕ ਕਮਰਾ ਹੋਵੇ, ਰੌਸ਼ਨੀ ਹੋਵੇ, ਰੌਸ਼ਨੀ ਵਿੱਚ, ਚਾਨਣ ਵਿੱਚ ਹਰ ਇੱਕ ਚੀਜ਼ ਸਾਨੂੰ ਆਪਣੀ ਜਗ੍ਹਾ ਥਾਂ ਦਿਸਦੀ ਹੈ, ਅਤੇ ਅਸੀਂ ਉਸ ਪਈ ਹੋਈ ਵਸਤੂ ਦਾ ਆਨੰਦ ਵੀ ਲੈ ਲੈਂਦੇ ਹਾਂ। ਸਾਨੂੰ ਅੰਦਾਜ਼ੇ ਨਹੀਂ ਲਾਉਣੇ ਪੈਂਦੇ, ਪਰ ਜਦੋਂ ਉਸੇ ਰੂਮ ਵਿੱਚ ਲਾਈਟ ਆਫ ਹੋ ਜਾਏ, ਹਨੇਰਾ ਹੋ ਜਾਏ, ਤਾਂ ਸੁੱਖ ਦੇਣ ਵਾਲੀਆਂ ਵਸਤੂਆਂ ਵੀ ਕਈ ਵਾਰੀ ਸਾਡੀਆਂ ਠੋਕਰਾਂ ਦਾ ਕਾਰਨ ਬਣ ਜਾਂਦੀਆਂ ਨੇ। ਹਨੇਰੇ ਬਾਰੇ ਬਾਣੀ ਵਿੱਚ ਬਹੁਤ ਸ਼ਬਦ ਸਤਿਗੁਰ ਨੇ ਵਰਤੇ ਨੇ ਕਿ ਅੰਧਕਾਰ ਸੋ ਕਵੇ ਨ ਸੋਈ ਹੈ, ਰਾਜਾ ਰੰਗ ਦੋ ਮਿਲ ਰੋਈ ਹੈ। ਗੁਰਬਾਣੀ ਸ ਜਗ ਮੈਂ ਚਾਨਣ, ਜਦੋਂ ਸਮਝ ਦੀ ਗੱਲ ਆਈ ਉਦੋਂ ਚਾਨਣ ਦੀ ਗੱਲ ਕੀਤੀ, ਜਦੋਂ ਬੇਸਮਝੀ ਦੀ ਗੱਲ ਆਈ ਉਦੋਂ ਸਤਿਗੁਰ ਜੀ ਨੇ ਹਨੇਰੇ ਦੀ ਗੱਲ ਕੀਤੀ। ਹਨੇਰਾ ਇੱਕ ਐਸੀ ਚੀਜ਼ ਹੈ ਜਿਹੜਾ ਮਨੁੱਖ ਨੂੰ ਬਹੁਤ ਵੱਡੇ ਭੁਲੇਖੇ ਪਾਉਂਦਾ ਹੈ। ਰੱਸੀ ਵੀ ਸੱਪ ਦਾ ਭੁਲੇਖਾ ਪਾ ਜਾਂਦੀ ਹੈ ਹਨੇਰੇ ਵਿੱਚ। ਚਾਨਣ ਵੇਲੇ ਤੁਹਾਡੇ ਹੱਥ ਨਾਲ ਕੋਈ ਚੀਜ਼ ਲੱਗਦੀ ਹੈ, ਤੁਸੀਂ ਤਬਕਦੇ ਨਹੀਂ, ਤੁਸੀਂ ਡਰਦੇ ਨਹੀਂ, ਪਰ ਹਨੇਰੇ ਵਿੱਚ ਤੁਹਾਡੇ ਹੱਥ ਨਾਲ, ਤੁਹਾਡੇ ਪੈਰ ਨਾਲ ਕੋਈ ਚੀਜ਼ ਛੂਹ ਜਾਏ, ਇੱਕਦਮ ਅਸੀਂ ਤਬਕ ਜਾਂਦੇ ਹਾਂ। ਕਿਉਂ? ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਸਾਡੇ ਹੱਥ ਨਾਲ, ਸਾਡੇ ਪੈਰ ਨਾਲ, ਸਾਡੇ ਜਿਸਮ ਨਾਲ ਕਿਹੜੀ ਚੀਜ਼ ਟਕਰਾਈ ਹੈ। ਇਹਦਾ ਜ਼ਿਕਰ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਵੀ ਕੀਤਾ ਹੈ। ਰਾਜ ਭੁਯੰਗ, ਭੁਯੰਗ ਦਾ ਅਰਥ ਹੈ ਸੱਪ, ਰਾਜ ਦਾ ਅਰਥ ਹੈ ਰੱਸੀ। ਰੱਸੀ ਵੀ ਸੱਪ ਦਾ ਭੁਲੇਖਾ ਪਾਉਂਦੀ ਹੈ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਜਦੋਂ ਅਸੀਂ ਬਾਣੀ ਨੂੰ ਇਸ ਲਹਿਜੇ ਨਾਲ ਪੜ੍ਹਦੇ ਹਾਂ ਤਾਂ ਸਾਡੀ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ, ਸਾਡੀ ਜ਼ਿੰਦਗੀ ਵਿੱਚ ਵਡਮੁੱਲਾ ਕੀ ਹੈ। ਮਨੁੱਖ ਕਈ ਵਾਰੀ ਆਪਣੀ ਜ਼ਿੰਦਗੀ, ਇਹਨੂੰ ਮਨੁੱਖਾ ਜੀਵਨ ਨੂੰ ਹੀਰੇ ਵਰਗਾ ਹੀ ਤਾਂ ਆਖਿਆ ਕਿ ਅਸੀਂ ਬਾਹਰ ਖੋਜੀ ਜਾਂਦੇ ਹਾਂ। ਅਸੀਂ ਆਪਣੇ ਆਪ ਨੂੰ ਸੁਖੀ ਕਰਨ ਵਾਲਾ ਜਿਹੜੀ ਸਾਡੇ ਕੋਲ ਅਮੋਲਕ ਦਾਤ ਹੈ, ਉਹ ਅਸੀਂ ਕਦੀ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਵੇਂ ਇੱਕ ਅਸੀਂ ਪੱਥਰਾਂ ਦੀ ਖਾਨ ਵਿੱਚੋਂ ਖੋਜ ਕੇ ਉਹਦੇ ਵਿੱਚੋਂ ਕਿੰਨਾ ਕੁਝ ਪ੍ਰਾਪਤ ਕਰਨ ਵਾਲੇ ਕਰ ਲੈਂਦੇ ਨੇ। ਮਨੁੱਖੀ ਜੀਵਨ ਉਸ ਤੋਂ ਕਈ ਗੁਣਾ ਵੱਧ ਅਮੋਲਕ ਚੀਜ਼ਾਂ ਛੁਪਾ ਕੇ ਬੈਠਾ ਹੋਇਆ ਹੈ। ਖੋਜ ਕਰਨ ਵਾਲੇ, ਲੱਭਣ ਵਾਲੇ ਉਹਦੇ ਵਿੱਚੋਂ ਲੱਭ ਕੇ ਆਪਣੇ ਜੀਵਨ ਨੂੰ ਅਮੀਰ ਕਰ ਲੈਂਦੇ ਨੇ। ਠੋਕਰਾਂ ਖਾਣ ਵਾਲੇ, ਉਹਨਾਂ ਦੀ ਹਾਲਤ ਉਸ ਤਰ੍ਹਾਂ ਹੁੰਦੀ ਹੈ ਜਿਵੇਂ ਕੋਈ ਭਿਖਾਰੀ ਖਜ਼ਾਨੇ ਦੇ ਉੱਪਰ ਬੈਠ ਕੇ ਕਟੋਰਾ ਫੜ ਕੇ ਦੂਜਿਆਂ ਕੋਲੋਂ ਭੀਖ ਮੰਗ ਰਿਹਾ ਹੈ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਸ਼ਲੋਕ ਵਿੱਚ ਵਿਚਾਰ ਦਿੱਤੀ ਹੈ, ਗਿਆਨਹੀਣੰ, ਗਿਆਨ ਤੋਂ ਹੀਣਾ ਮਨੁੱਖ। ਕਿਹੜੇ ਗਿਆਨ ਤੋਂ ਹੀਣਾ ਮਨੁੱਖ? ਗਿਆਨ ਵਿੱਚ ਵੀ ਫਰਕ ਹੈ। ਗਿਆਨ ਜ਼ਿੰਦਗੀ ਨੂੰ ਤਬਾਹ ਵੀ ਕਰਦਾ ਹੈ, ਗਿਆਨ ਜ਼ਿੰਦਗੀ ਨੂੰ ਸੰਵਾਰਦਾ ਵੀ ਹੈ। ਡਾਕਟਰ ਕੋਲ ਵੀ ਗਿਆਨ ਹੈ, ਗੁਰਦੇ ਕੱਢਦਾ ਹੈ, ਵੇਚਦਾ ਹੈ। ਇਹ ਗਿਆਨ ਅਗਲੇ ਦਾ ਵੀ ਤਬਾਹੀ ਮਚਾਉਂਦਾ ਹੈ ਅਤੇ ਉਹਦੀ ਆਪਣੀ ਵੀ ਤਬਾਹੀ ਮਚਾਉਂਦਾ ਹੈ। ਪਰ ਇੱਕ ਗਿਆਨ ਮਰੀਜ਼ ਨੂੰ ਜੀਵਨ ਦਿੰਦਾ ਹੈ। ਇੱਕ ਗਿਆਨ ਐਡਵੋਕੇਟ ਕਹਿ ਰਿਹਾ, ਜਿਹੜਾ ਕਿਸੇ ਦੋਸ਼ੀ ਨੂੰ ਸਜ਼ਾ ਦਿਵਾਉਂਦਾ ਹੈ, ਜਿਹੜਾ ਬੰਦਾ ਨਿਰਦੋਸ਼ ਹੈ ਉਹਨੂੰ ਰਿਹਾ ਕਰਾਉਂਦਾ ਹੈ, ਉਹ ਆਪਣੇ ਪਰਿਵਾਰ ਜਾਂਦਾ ਹੈ। ਉਸੇ ਗਿਆਨ ਦੇ ਬਲਬੂਤੇ 'ਤੇ ਉਹਨੇ ਉਜੜੇ ਹੋਏ ਘਰਾਂ ਵਿੱਚ ਉਜਾਲੇ ਕਰ ਦਿੱਤੇ ਅਤੇ ਦੋਸ਼ੀ ਨੂੰ ਸਜ਼ਾ ਦਵਾ ਕੇ ਇੱਕ
ਲੀਹ ਪਾਤੀ ਵੀ ਅੱਗੇ ਤੋਂ ਕੋਈ ਕ੍ਰਾਈਮ ਕਰਨ ਲੱਗਾ 100 ਵਾਰ ਸੋਚੇ। ਗਿਆਨ ਹੈ ਮਨੁੱਖ ਦੇ ਕੋਲ, ਜਿਹਨੇ ਲੌਕ ਬਣਾਇਆ ਹੈ, ਨਾਲ ਉਹਦੀ ਚਾਬੀ ਬਣਾਈ ਹੈ। ਚਾਬੀ ਨਾਲ ਲੌਕ ਖੋਲੀਦਾ ਹੈ। ਲੌਕ ਲਾ ਕੇ ਬੰਦਾ ਨਿਸ਼ਚਿੰਤ ਹੁੰਦਾ ਵੀ ਮੇਰੇ ਘਰ ਤਾਲਾ ਲੱਗਾ ਹੋਇਆ, ਲੌਕ ਲੱਗਾ ਹੋਇਆ ਹੈ। ਪਰ ਇੱਕ ਵਿਅਕਤੀ ਬਿਨਾਂ ਤਾਲੇ ਤੋਂ ਹੀ, ਬਿਨਾਂ ਚਾਬੀ ਤੋਂ ਹੀ ਲੌਕ ਖੋਲ੍ਹ ਦਿੰਦਾ ਹੈ। ਖੋਲ੍ਹਿਆ ਤੇ ਉਹਨੇ ਵੀ ਗਿਆਨ ਨਾਲ ਹੀ ਹੈ। ਭੰਨਿਆ ਵੀ ਨਹੀਂ ਉਹਨੇ, ਤੋੜਿਆ ਵੀ ਨਹੀਂ ਉਹਨੇ, ਉਹਦੇ ਕੋਲ ਤਰੀਕਾ ਸੀ, ਉਹਨੇ ਖੋਲ੍ਹ ਦਿੱਤਾ। ਪਰ ਉਹ ਗਿਆਨ ਦੋਨਾਂ ਪਰਿਵਾਰਾਂ ਦਾ ਨੁਕਸਾਨ ਕਰਦਾ। ਇੱਕ ਤੇ ਅਗਲੇ ਘਰ ਚੋਰੀ ਹੋਈ ਤੇ ਆਤਮਿਕ ਤੌਰ 'ਤੇ ਤੈਨੂੰ ਵੀ ਬੇਚੈਨੀ ਰਹਿਣੀ ਹੈ। ਕਮਾਈ ਤਾਂ ਤੂੰ ਕਰਕੇ ਲੈ ਜਾਏਗਾ ਚੋਰੀ ਦੀ, ਪਰ ਇਹਦਾ ਅਸਰ ਤੈਨੂੰ ਤੇਰੇ ਜੀਵਨ ਵਿੱਚੋਂ ਜ਼ਰੂਰ ਕਿਤੇ ਨਾ ਕਿਤੇ ਦਿਖਾਈ ਦੇਵੇਗਾ। ਤੇ ਦਿਸਦਾ ਵੀ ਸੱਚ ਹੈ, ਲੱਗਦਾ ਜ਼ਰੂਰ ਹੈ ਵੀ ਬੇਈਮਾਨੀ ਠੱਗੀ ਨਾਲ ਮੈਂ ਬਹੁਤ ਕੁਝ ਕਰ ਲਵਾਂਗਾ, ਪਰ ਤਬਾਹੀ ਹੁੰਦੀ ਹੈ ਜੀਵਨ ਦੇ ਵਿੱਚ। ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਗਿਆਨਹੀਣ, ਜ਼ਿੰਦਗੀ ਨੂੰ ਸਵਾਰਨ ਵਾਲੇ ਗਿਆਨ ਤੋਂ ਹੀਣਾ ਜਿਹੜਾ ਮਨੁੱਖ ਹੈ, ਉਹ ਕੀ ਕਰਦਾ? ਅਗਿਆਨ ਪੂਜਾ। ਉਹ ਆਪਣੀ ਜ਼ਿੰਦਗੀ ਵਿੱਚ ਅਗਿਆਨਤਾ ਦੀ ਪੂਜਾ ਕਰਦਾ ਹੈ। ਭਾਵ ਹਮੇਸ਼ਾ ਬੇਸਮਝੀ ਨੂੰ ਪਸੰਦ ਕਰਦਾ ਹੈ। ਗਿਆਨ ਤੋਂ ਸਖਣਾ ਜੀਵਨ ਬੇਸਮਝੀ ਨੂੰ ਪਸੰਦ ਕਰਦਾ। ਉਹਨੂੰ ਲੱਗਦਾ ਆਹ ਜਿਹੜੇ ਮੇਰੇ ਲਾਗੇ ਕਮਲ ਕੁੱਟ ਰਹੇ ਨੇ ਬੇਸਮਝੀ ਦੀਆਂ, ਵਾਸਤਵ 'ਚ ਉਹ ਆਪ ਬੇਸਮਝੀ ਦੀਆਂ ਗੱਲਾਂ ਸੁਣਨਾ ਚਾਹੁੰਦਾ ਹੈ ਅਤੇ ਬੇਸਮਝੀ ਲੋਕ ਹੀ ਉਹਦੇ ਇਰਦ ਗਿਰਦ ਬੈਠੇ ਹੋਏ ਨੇ। ਤੁਸੀਂ ਵੇਖਿਓ ਦੋਸਤਾਂ ਦੇ ਦੋਸਤ ਵੀ ਉਹੋ ਜਿਹੇ ਹੁੰਦੇ ਨੇ। ਕਦੀ ਆਪਣੇ ਬੱਚਿਆਂ ਵੱਲ ਵੇਖਿਓ, ਪੜ੍ਹਨ ਵਾਲੇ ਬੱਚਿਆਂ ਦੇ ਕੋਲ ਦੋਸਤ ਵੀ ਪੜ੍ਹਨ ਲਿਖਣ ਵਾਲੇ ਹੋਣਗੇ, ਇੰਟੈਲੀਜੈਂਟ ਹੋਣਗੇ। ਜਿਹੜੇ ਖਰਮਸਤੀਆਂ ਕਰਨ ਵਾਲੇ ਉਹਨਾਂ ਦੇ ਦੋਸਤ ਵੀ ਖਰਮਸਤੀਆਂ ਕਰਨ ਵਾਲੇ ਹੁੰਦੇ ਨੇ, ਕਿਉਂਕਿ ਉਹ ਜੈਸੀ ਸੰਗਤ ਤੈਸੀ ਰੰਗਤ ਵਾਲੀ ਗੱਲ ਹੈ। ਜਿੱਦਾਂ ਦੀ ਉਹਦਾ ਉੱਠਣਾ ਬੈਠਣਾ ਹੈ, ਜਿੱਦਾਂ ਦਾ ਉਹਦਾ ਰਹਿਣ ਸਹਿਣ ਹੈ, ਤਾਂ ਹੀ ਕਹਿੰਦੇ ਨਾ ਤੁਸੀਂ ਕਿਸੇ ਇਨਸਾਨ ਨੂੰ ਚੇਂਜ ਕਰਨਾ ਤਾਂ ਉਹਦਾ ਵਾਤਾਵਰਨ, ਉਹਦੀ ਸੰਗਤ, ਉਹਦੀ ਸੁਸਾਇਟੀ ਚੇਂਜ ਕਰ ਦਿਓ। ਲਗਭਗ ਜ਼ਿਆਦਾ ਨਹੀਂ ਤੇ 50% ਉਹਦਾ ਜੀਵਨ, ਉਹਦੀ ਰਹਿਣੀ ਬਹਿਣੀ, ਉਹਦੀ ਸੰਗਤ ਦੇ ਉੱਤੇ ਨਿਰਭਰ ਹੈ, ਚੇਂਜ ਹੋ ਜਾਏਗਾ। ਤੁਸੀਂ ਵਿਅਕਤੀ ਨੂੰ ਸੰਗਤ ਕਰਦਿਆਂ ਵੇਖੋ, ਜਿਹੜਾ ਲਿਟਰੇਚਰ ਦੀ ਸੰਗਤ ਕਰਦਾ ਹੈ, ਚੰਗਾ ਪੜ੍ਹਦਾ ਹੈ, ਚੰਗਾ ਸੁਣਦਾ ਹੈ, ਉਹ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹ ਜੀਵਨ ਐਸਾ ਹੈ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਗਿਆਨਹੀਣ ਅਗਿਆਨ ਪੂਜਾ, ਆ ਬੇਸ ਹੈ ਮਨੁੱਖ ਦੀ ਜ਼ਿੰਦਗੀ ਦਾ। ਹੁਣ ਤੁਸੀਂ ਪਿੱਛੋਂ ਤਿੰਨੇ ਸਲੋਕ ਲੜੀਵਾਰ ਵੇਖੀਏ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ। ਇੱਕ ਜੀਵਨ ਉਹ ਹੈ, ਇੱਕ ਜੀਵਨ ਉਹ ਹੈ ਜਿਹੜਾ ਪ੍ਰੇਮ ਦੀ ਖੇਡ ਖੇਡਣਾ ਚਾਹੁੰਦਾ, ਅਤੇ ਅਗਲੇ ਨੇ ਅਗਿਆ ਨਾਲ ਕਿਰਾੜਾਂ ਦੋਸਤੀ। 19 ਨੰਬਰ 20 ਨੰਬਰ 21 ਨੰਬਰ ਅਤੇ 22 ਨੰਬਰ ਤਿੰਨੇ ਸਲੋਕ ਲੜੀ 'ਚ ਪੜ੍ਹ ਕੇ ਵੇਖੋ। ਨਾਲ ਕਿਰਾੜਾਂ ਦੋਸਤੀ। ਕਿਰਾੜ ਕੌਣ ਸੀ? ਜਿਹੜਾ 24 ਘੰਟੇ ਬੁਰਾਈ ਨੂੰ ਇਕੱਠਾ ਕਰਦਾ ਹੈ, ਗਿਣਤੀਆਂ ਮਿਣਤੀਆਂ ਕਰਦਾ ਹੈ। ਕੂੜਾ ਕੂੜੀ ਪਾਏ ਮਰਨ ਨਾ ਜਾਪੇ ਮੋਲਿਆ, ਆਵੇ ਕਿਤੇ ਥਾਂ, ਪਤਾ ਨਹੀਂ ਕਿਹੜੇ ਵਕਤ ਕਿਹੜੇ ਸਮੇਂ ਵਕਾਰ ਨੇ ਨੱਪ ਲੈਣਾ ਹੈ। ਫਿਰ ਐਸਾ ਬੰਦਾ ਕੀ ਕਰਦਾ ਹੈ? ਗਿਆਨਹੀਣ, ਗਿਆਨ ਤੋਂ ਆਪੇ ਸਖਣਾ ਹੋ ਗਿਆ। 24 ਘੰਟੇ ਜਦੋਂ ਵਕਾਰਾਂ ਨੂੰ ਚਿਤਰਨਾ, ਉਹਨੇ 24 ਘੰਟੇ ਬੁਰਾਈ ਨੂੰ ਇਕੱਠਾ ਕਰਨਾ, ਅਤੇ ਉਹਦੇ ਅੰਦਰ ਜ਼ਿੰਦਗੀ ਜੂਣ ਦਾ ਸੁਚੱਜਾ ਗਿਆਨ ਕਿੱਥੋਂ ਆਏਗਾ? ਗਿਆਨਹੀਣ ਅਗਿਆਨ ਪੂਜਾ ਅਤੇ ਅੰਧ ਵਰਤਾਵਾ। ਉਹਦਾ ਵਰਤੋਂ ਵਿਹਾਰ ਵੀ ਅੰਨ੍ਹਿਆਂ ਵਾਲਾ ਹੁੰਦਾ। ਫਿਰ ਭਾਓ ਦੂਜਾ, ਜਦੋਂ ਭਾਓ ਹੀ ਦੂਜਾ ਆ ਗਿਆ ਜੀਵਨ 'ਚ, ਇੱਕ ਨਾਲ ਪਿਆਰ ਹੀ ਹੈ ਨਹੀਂ, ਜਦੋਂ ਜੀਵਨ ਦੇ ਵਿੱਚ ਇੱਕ ਨਿਸ਼ਾਨਾ ਹੀ ਹੈ ਨਹੀਂ, ਕੋਈ ਫੋਕਸ ਹੀ ਹੈ ਨਹੀਂ ਵੀ ਆਹ ਕਰਨਾ ਹੈ, ਅਤੇ ਵਰਤੋਂ ਵਿਹਾਰ ਤਾਂ ਫਿਰ ਅੰਨ੍ਹਿਆਂ ਵਾਲਾ ਹੋਏਗਾ। ਜਦੋਂ ਅਸੀਂ ਭਗਤ ਕਬੀਰ ਜੀ ਦੇ ਸਲੋਕ ਪੜ੍ਹਦੇ ਹਾਂ, ਉਹਨਾਂ ਸਲੋਕਾਂ 'ਚ ਬਹੁਤ ਪਿਆਰੇ ਵਿਚਾਰ ਬਖਸ਼ਿਸ਼ ਕੀਤੇ ਨੇ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਤੁਸੀਂ ਕਿਸੇ ਇਨਸਾਨ ਕੋਲੋਂ ਨਾ ਫਰਜ਼ ਦੀ ਆਸ ਵੀ ਉੱਥੇ ਰੱਖ ਸਕਦੇ ਹੋ ਜਿਹਨੂੰ ਫਰਜ਼ ਦੇ ਬਾਰੇ ਗਿਆਨ ਹੈ। ਧਰਮ ਵੀ ਉੱਥੇ ਕਮਾਇਆ ਜਾ ਸਕਦਾ ਜਿੱਥੇ ਗਿਆਨ ਹੈ। ਗਿਆਨ ਤੋਂ ਬਿਨਾਂ, ਸਮਝ ਤੋਂ ਬਿਨਾਂ ਧਰਮ ਵੀ ਨਹੀਂ ਕਮਾਇਆ ਜਾ ਸਕਦਾ। ਧਰਮ ਦਾ ਅਰਥ ਹੈ ਫਰਜ਼। ਫਰਜ਼ ਵੀ ਉਹ ਨਿਭਾਏਗਾ ਜਿਹਨੂੰ ਪਤਾ ਹੈ। ਹੁਣ ਮਾਂ ਨੂੰ ਪਤਾ ਆਪਣੇ ਬੱਚੇ ਬਾਰੇ, ਗਿਆਨ ਹੈ ਵੀ ਮੇਰਾ ਪੁੱਤ ਹੈ, ਉਹ ਫਰਜ਼ ਨਿਭਾਉਂਦੀ ਹੈ ਨਾ। ਸਵੇਰੇ 101 ਬੁਖਾਰ ਵਿੱਚ ਵੀ ਬ੍ਰੇਕਫਾਸਟ ਤਿਆਰ ਕਰਦੀ ਹੈ ਨਾ, ਬੱਚੇ ਨੂੰ ਸਕੂਲ ਛੱਡ ਕੇ ਆਉਂਦੀ ਹੈ ਨਾ, ਟਿਊਸ਼ਨ ਛੱਡ ਕੇ ਆਉਂਦੀ ਹੈ। ਬਾਪ ਨੂੰ ਪਤਾ ਹੈ ਕਮਾਈ ਕਰਾਂਗਾ ਅਤੇ ਬੱਚੇ ਪੜ੍ਹਨੇ, ਕਰਦਾ ਹੈ ਨਾ, ਉਹਨੂੰ ਪਤਾ ਹੈ। ਜੇ ਬਾਕੀ ਦੁਨਿਆਵੀ ਤੌਰ 'ਤੇ ਸਾਨੂੰ ਸਮਝ ਹੈ ਅਤੇ ਅਸੀਂ ਫਰਜ਼ ਨਿਭਾਉਂਦੇ ਹਾਂ। ਪਾਤਸ਼ਾਹ ਕਹਿੰਦੇ ਨੇ ਦੁਨੀਆ ਅੰਦਰ ਵੀ ਪਰਉਪਕਾਰ ਉਹ ਕਰ ਸਕਦਾ ਹੈ ਜਿਹਨੂੰ ਸਮਝ ਹੈ। ਬਿਨਾਂ ਸਮਝ ਤੋਂ ਧਰਮ ਨਹੀਂ ਕਮਾਇਆ ਜਾ ਸਕਦਾ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ।
ਗਿਆਨ ਦੀ ਰੌਸ਼ਨੀ 'ਚ ਕੀਤਾ ਹੋਇਆ ਕਰਮ ਹੀ ਧਰਮ ਬਣਦਾ ਹੈ। ਨਹੀਂ ਤੇ ਕਰਮ ਧਰਮ ਪਾਖੰਡ ਜੋ ਦਿਸੈ। ਨਹੀਂ ਤੇ ਕਈ ਵਾਰੀ ਧਰਮ ਦੇ ਨਾਂ 'ਤੇ ਕੀਤੇ ਹੋਏ ਜਿਹੜੇ ਕਰਮ ਨੇ ਉਹ ਪਖੰਡ ਕਿਉਂ ਬਣਦੇ ਨੇ? ਕਿਉਂਕਿ ਗਿਆਨ ਦੀ ਰੌਸ਼ਨੀ 'ਚ ਨਹੀਂ ਕੀਤੇ ਹੋਏ। ਅੱਜ ਧਰਮ ਕਰਮ ਕਿੰਨੇ ਨਿਭਾਏ ਜਾ ਰਹੇ ਨੇ? ਤੁਸੀਂ ਕੀ ਸੋਚਦੇ ਹੋ ਧਰਮ ਕਰਮ ਦੁਨੀਆ 'ਤੇ ਹਰ ਨਾਸਤਕ ਤੋਂ ਨਾਸਤਕ ਬੰਦਾ, ਬੇਈਮਾਨੀ ਕਰਨ ਵਾਲਾ ਬੰਦਾ, ਠੱਗੀ ਮਾਰਨ ਵਾਲਾ ਬੰਦਾ, ਜਿਹਨੇ ਆਫਿਸ ਵਿੱਚ ਜਾ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਿਸ਼ਵਤ ਲੈਣੀ ਹੈ, ਉਹ ਵੀ ਜਿਹਨੂੰ ਮੰਨਦਾ ਉਹਨੂੰ ਮੱਥਾ ਟੇਕ ਕੇ ਜਾਂਦਾ ਹੈ। ਆਪਣੇ ਆਫਿਸ ਵਿੱਚ ਉਹਨੇ ਉਹਦੀ ਫੋਟੋ ਲਾਈ ਹੋਈ ਹੈ। ਦੋਵੇਂ ਕੰਮ ਕਰਦਾ ਹੈ ਨਾ। ਪਤਾ ਵੀ ਹੈ ਮੈਂ ਬੇਈਮਾਨੀ ਕਰਨੀ ਹੈ, ਫਿਰ ਵੀ ਇਸ਼ਟ ਨੂੰ ਮੱਥਾ ਟੇਕ ਰਿਹਾ, ਫਿਰ ਵੀ ਧੂਫ ਵਿਖਾ ਰਿਹਾ, ਫਿਰ ਵੀ ਅਗਰਬੱਤੀਆਂ ਲਾ ਰਿਹਾ। ਤੁਸੀਂ ਵੇਖ ਲਓ। ਆਪਾਂ ਇੱਕ ਬੰਨੇ ਕਹਿੰਦੇ ਵੀ ਦੁਨੀਆ 'ਤੇ ਧਰਮੀ ਲੋਕਾਂ ਦੀ ਗਿਣਤੀ ਘੱਟ ਹੈ ਅਤੇ ਧਾਰਮਿਕ ਅਸਥਾਨ 'ਤੇ ਲੈਣਾ ਲੱਗ ਲੱਗ ਕੇ ਭਰੇ ਪਏ ਨੇ। ਕਿੰਨੇ ਮਰ ਜਾਂਦੇ ਨੇ। ਤੁਸੀਂ ਇੱਕ ਰੋਡ ਦੇ ਉੱਤੇ ਖਲੋ ਕੇ ਨਾ ਗਿਣਤੀ ਕਰਨੀ ਸ਼ੁਰੂ ਕਰੋ, ਤੁਹਾਨੂੰ ਆਮ ਸਮਾਜ ਦੇ ਵਿੱਚ, ਦੁਨੀਆ ਦੇ ਅੰਦਰ ਸਮਾਜ ਦੇ ਵਿੱਚ ਜਾਣ ਵਾਲੇ, ਆਪਣੇ ਰਿਸ਼ਤੇਦਾਰ ਸਾਕ ਸੰਬੰਧੀਆਂ ਕੋਲ ਜਾਣ ਵਾਲੇ ਵਿਅਕਤੀ ਜ਼ਿਆਦਾ ਮਿਲ ਜਾਣਗੇ। ਪਰ ਜਦੋਂ ਤੁਸੀਂ ਵੇਖੋਗੇ ਕਿ ਜਿਹੜੇ ਲੋਕ ਧਾਰਮਿਕ ਯਾਤਰਾਵਾਂ ਕਰਦੇ ਨੇ, ਇੱਧਰ ਉੱਧਰ ਭੱਜੇ ਫਿਰਦੇ ਨੇ, ਕਿੰਨੇ ਲੋਕ ਨੇ, ਕਿੰਨੇ ਸੰਸਾਰ 'ਤੇ ਇਹੋ ਜਿਹੇ ਲੋਕ ਨੇ ਜਿਹੜੇ ਥਾਂ ਥਾਂ 'ਤੇ ਭੱਜੇ ਫਿਰਦੇ ਨੇ। ਕੋਈ ਕਿਸੇ ਬੰਨੇ ਯਾਤਰਾ ਕਰਨ ਜਾ ਰਿਹਾ, ਕੋਈ ਕਿਤੇ ਐਤਵਾਰ ਚੌਂਕੀਆਂ ਭਰਨ ਜਾ ਰਿਹਾ, ਕਿਤੇ ਮੰਗਲਵਾਰ ਕਿਤੇ ਭੰਡਾਰਾ ਲੱਗਾ ਹੋਇਆ, ਕਿਸੇ ਫਲਾਣੇ ਥਾਂ 'ਤੇ ਲੈਣਾ ਲੱਗੀਆਂ। ਕਾਹਦੇ ਲਈ? ਮੈਂ ਧਰਮ ਦਾ ਕਰਮ ਨਿਭਾਉਣਾ ਹੈ। ਕਈ ਸਪੈਸ਼ਲ ਐਤਵਾਰ ਗੁਰਦੁਆਰਿਆਂ 'ਚ ਮੱਥਾ ਟੇਕਣ ਜਾਂਦੇ ਨੇ। ਮੈਡੀਕਲ ਸਟੋਰਾਂ 'ਚ ਰੱਖ ਕੇ ਸ਼ਰੇਆਮ ਨਸ਼ੇ ਵੇਚਣ ਵਾਲੇ ਘਰ ਦੀ ਸੁੱਖਣਾ ਦੀਆਂ ਅਰਦਾਸਾਂ ਕਰ ਰਹੇ ਕਿ ਮਹਾਰਾਜ ਮੇਰੇ ਘਰ ਸੁੱਖ ਸ਼ਾਂਤੀ ਰਹੇ। ਡਰੱਗ ਦਾ ਨਸ਼ਾ ਵੇਚਣ ਵਾਲੇ, ਦੂਜਿਆਂ ਦੇ ਪੁੱਤਾਂ ਦੀਆਂ ਲਾਸ਼ਾਂ 'ਤੇ ਆਪਣੀਆਂ ਕੋਠੀਆਂ ਉਸਾਰਨ ਵਾਲੇ ਦਿਨ ਰਾਤ ਆਪਣੇ ਘਰਾਂ 'ਚ ਪ੍ਰੇਅਰ ਕਰਾਉਂਦੇ ਨੇ ਕਿ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਹੋਵੇ ਅਤੇ ਸਾਡੇ ਘਰ ਵਿੱਚ ਹਰ ਸੁੱਖ ਸਹੂਲਤ ਆਵੇ। ਮਾਰੋ ਧਿਆਨ। ਪਤਾ ਵੀ ਹੈ ਹੁਣ ਦੁੱਧ, ਫਰੂਟ, ਦਹੀਂ, ਸਬਜ਼ੀ ਵੇਚਣ ਵਾਲੇ ਨੂੰ ਪਤਾ ਵੀ ਇਹਦੇ ਖਾਣ ਨਾਲ ਨਾ ਬੰਦੇ ਦਾ ਜੀਵਨ ਵਧਣਾ ਹੈ। ਕੋਈ ਸਬਜ਼ੀ ਖਾਏਗਾ, ਕੋਈ ਦੁੱਧ ਪੀਏਗਾ, ਕੋਈ ਲੱਸੀ ਪੀਏਗਾ। ਜੇ ਉਹਨੇ ਪਿਓਰ ਚੀਜ਼ ਵੇਚੀ ਹੈ, ਜੇ ਉਹਨੇ ਸਬਜ਼ੀ ਕੋਈ ਇੰਜੈਕਸ਼ਨ ਤੋਂ ਬਿਨਾਂ, ਟੀਕਿਆਂ ਤੋਂ ਬਿਨਾਂ ਤਿਆਰ ਕੀਤੀ ਹੈ, ਤੇ ਉਹਨੂੰ ਪਤਾ ਹੈ ਵੀ ਇਹ ਸਬਜ਼ੀ ਕਿਸੇ ਘਰ ਜਾਏਗੀ, ਕੋਈ ਬੰਦਾ ਰੋਟੀ ਖਾਏਗਾ। ਪਰ ਨਸ਼ਾ ਵੇਚਣ ਵਾਲੇ ਨੂੰ ਤਾਂ ਪਹਿਲਾਂ ਹੀ ਪਤਾ ਹੈ ਵੀ ਨਸ਼ਾ ਪੀਣ ਨਾਲ ਵਿਕਾਸ ਹੋਏਗਾ ਭਲਾ। ਸਮੇਕਾਂ ਵੇਚਣ ਨਾਲ, ਡਰੱਗ ਵੇਚਣ ਨਾਲ ਕਾਰੋਬਾਰ ਵੱਡੇ ਹੋ ਰਹੇ ਨੇ। ਪਰ ਉਹ ਵੀ ਲੋਕ ਆਪਣੇ, ਜੇ ਸਿੱਖੀ ਨਾਲ ਸੰਬੰਧ ਰੱਖਦਾ ਤਾਂ ਪਾਠ ਕਰਾਉਂਦਾ ਹੈ, ਜੇ ਕਿਸੇ ਦੂਜੇ ਮਤ ਨਾਲ ਸੰਬੰਧ ਰੱਖਦਾ ਤਾਂ ਪੂਜਾ ਕਰਾਉਂਦਾ ਤਰ੍ਹਾਂ ਤਰ੍ਹਾਂ ਦੀ। ਧਾਰਮਿਕ ਕਰਮ ਨਿਭਾ ਕੇ ਖੁਸ਼ ਹੋਣਾ ਚਾਹੁੰਦਾ ਵੀ ਮੈਂ ਵੇਖੇ ਪੂਜਾ ਕਰਦਾ। ਦੂਰ ਕੀ ਜਾਣਾ ਤੁਸੀਂ, ਕਿਸਾਨੀ ਅੰਦੋਲਨ ਚੱਲ ਰਿਹਾ। ਜਿਨ੍ਹਾਂ ਅਮੀਰ ਘਰਾਣਿਆਂ ਦੇ ਵਿਰੁੱਧ, ਜਿਨ੍ਹਾਂ ਦੇ ਆਖੇ ਲਾ ਕੇ ਇਸ ਦੇਸ਼ ਦੀ ਸਰਕਾਰ ਨੇ ਇਹ ਕਾਲੇ ਕਾਨੂੰਨ ਪਾਸ ਕੀਤੇ ਨੇ। ਪਤਾ ਵੀ ਹੈ 350 ਤੋਂ ਵੱਧ, 400 ਦੇ ਕਰੀਬ ਲਾਸ਼ਾਂ ਉੱਥੋਂ ਆ ਚੁੱਕੀਆਂ ਨੇ। ਪੂਜਾ ਤੇ ਉਹ ਵੀ ਲੋਕ ਆਪਣੇ ਘਰਾਂ 'ਚ ਕਰਾਉਂਦੇ ਨੇ। ਵੱਡੇ ਵੱਡੇ ਪੁਜਾਰੀ ਘਰਾਂ 'ਚ ਉਹਨਾਂ ਦੇ ਜਾਂਦੇ ਨੇ, ਅਰਦਾਸਾਂ ਕਰਦੇ ਨੇ, ਬੇਨਤੀਆਂ ਕਰਦੇ ਨੇ। ਜਿਹੜਾ ਕੰਮ ਗੁਰੂ ਨਾਨਕ ਸਾਹਿਬ ਨੇ ਮੱਕੇ ਜਾ ਕੀਤਾ ਸੀ, ਮਾਰੋ ਧਿਆਨ, ਅੱਜ ਨਹੀਂ ਹੋ ਰਿਹਾ। ਅੱਜ ਵੀ ਉਹ ਕੁਝ ਹੋ ਰਿਹਾ। ਉਹ ਵੀ ਟੱਲੀਆਂ ਖੜਕਾਉਂਦੇ ਨੇ। ਜੇ ਉਹਨਾਂ ਨੂੰ ਕੋਈ ਦੱਸਣ ਵਾਲਾ ਹੋਵੇ, ਟੱਲੀਆਂ ਨਾ ਖੜਕਾਓ, ਇਨਸਾਨੀਅਤ ਵਿੱਚ ਵੇਖੋ ਸਭ ਕੁਝ। ਜੇ ਸਿਕੰਦਰ ਨਾਲ ਨਹੀਂ ਲੈ ਗਿਆ, ਤੁਸੀਂ ਨਾਲ ਲੈ ਕੇ ਜਾਣਾ ਹੈ। ਸਾਨੂੰ ਕਈ ਵਾਰੀ ਮੋਦੀ ਲੱਗਦਾ ਕਿ ਮੋਦੀ ਮੇਨ ਕਸੂਰਵਾਰ ਹੈ। ਇਹ ਤਾਂ ਕਠਪੁਤਲੀ ਹੈ। ਪਤੰਗਾਂ ਦਾ ਕਿਸੇ, ਡੋਰ ਤਾਂ ਕਿਸੇ ਹੋਰ ਹੱਥ ਹੈ। ਇੱਥੇ ਇੱਕ ਮੋਦੀ ਨਹੀਂ, ਦੂਜਾ ਮੋਦੀ ਆ ਜਾਊਗਾ, ਦੂਜਾ ਨਹੀਂ ਆਏਗਾ, ਤੀਜਾ ਆ ਜਾਏਗਾ। ਚਲਾਉਣ ਵਾਲੇ ਤਾਂ ਕੁਝ ਹੋਰ ਨੇ। ਖਾਣੀ ਆਵਾਜ਼ ਆਏਗੀ, ਖਾਣੀ ਤਾਂ ਰੋਟੀ ਹੈ। ਇਹਨਾਂ ਲੋਕਾਂ ਨੂੰ ਰੋਟੀ ਨਾਲ ਮਤਲਬ ਨਹੀਂ ਹੈ, ਇਹਨਾਂ ਨੂੰ ਸਟੇਟਸ ਨਾਲ ਮਤਲਬ ਹੈ ਵੀ ਅਸੀਂ ਇੰਨੇ ਥਾਂ 'ਤੇ ਆਉਣਾ ਚਾਹੁੰਦੇ। ਆਮ ਬੰਦੇ ਨੂੰ ਰੋਟੀ ਦੇ ਲਾਲੇ ਪਏ ਨੇ ਵੀ ਮੈਨੂੰ ਰੋਟੀ ਮਿਲਦੀ ਰਹੇ, ਦਾਲ ਫੁਲਕਾ ਮਿਲਦਾ ਰਹੇ, ਬਸ ਠੀਕ ਹੈ। ਇਹਨਾਂ ਨੂੰ ਦਾਲ ਫੁਲਕਾ ਚਾਹੀਦਾ ਭਲਾ। ਇਹ ਤਾਂ ਮੇਰੇ ਖਿਆਲ 'ਚ ਅੱਜ ਕਮਾਉਣਾ ਬੰਦ ਕਰ ਦੇਣਾ ਅਤੇ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਬਹਿ ਕੇ ਖਾ ਸਕਦੀਆਂ ਨੇ। ਪਰ ਇਹਨਾਂ ਨੂੰ ਸਟੇਟਸ। ਪਰ ਭੁੱਲ ਜਾਂਦੇ ਨੇ ਲੋਕ ਵੀ ਸਮਾਂ ਪਾ ਕੇ ਭਲਿਓ ਵੀ ਇੱਥੇ ਵੱਡੇ ਵੱਡੇ ਹਮਲਾਵਰ ਨਹੀਂ ਰਹੇ, ਉਹ ਬਾਦਸ਼ਾਹ ਨਹੀਂ ਰਹੇ ਜਿਨ੍ਹਾਂ ਨੇ ਤਖਤਾਂ 'ਤੇ ਬਹਿਣ ਲਈ ਆਪਣੇ ਪਿਤਾ ਨੂੰ ਜੇਲ੍ਹ 'ਚ ਬੰਦ ਕਰਤਾ। ਤੁਸੀਂ ਕਿਹੜੇ ਬਾਗ ਦੀ ਮੂਲੀ ਜੇ? ਝੱਖੜ ਵਗਣੇ ਨੇ, ਹਨੇਰੀਆਂ ਆਉਣੀਆਂ ਨੇ, ਕੱਚੀਆਂ ਟਾਹਣੀਆਂ ਵੀ ਤੋੜ ਕੇ ਲੈ ਜਾਣਾ ਉਹਨਾਂ ਨੇ। ਆਏ ਸਮਾਂ ਹੈ। ਗੁਰੂ ਸਾਹਿਬ ਜੀ ਨੇ ਵਿਚਾਰ ਦਿੱਤੀ, ਕਹਿਣ ਲੱਗੇ ਦੁਨੀਆ ਅੰਦਰ ਭਗਤ ਕਬੀਰ ਜੀ ਵੇਲੇ ਵੱਡੇ ਵੱਡੇ ਰਾਜੇ ਹੋਣਗੇ, ਪਰ ਪਤਾ ਵੀ ਨਹੀਂ ਉਹਨਾਂ ਰਾਜਿਆਂ ਦਾ। ਪਰ ਭਗਤ ਕਬੀਰ ਜੀ ਦਾ ਅੱਜ ਨਾਮ ਹੈ। ਇਸ ਸਮੇਂ 'ਤੇ ਸਧਾਰਨ ਜ਼ਿੰਦਗੀ ਜਿਉਣ ਵਾਲੇ ਨੂੰ ਲੋਕ ਯਾਦ ਕਰਨਗੇ। ਪੁੱਛਣਾ ਥੋੜ੍ਹਾ ਕਿਸੇ ਨੇ ਵੀ ਕੌਣ ਅੰਬਾਨੀ ਅਤੇ ਕੌਣ ਅਦਾਨੀ ਹੈ। ਲੱਖ ਲਿਖਾ ਲਓ ਤੁਸੀਂ ਏਅਰਪੋਰਟਾਂ 'ਤੇ ਆਪਣੇ ਨਾਮ।
ਏਅਰਪੋਰਟਾਂ 'ਤੇ ਨਾਂ ਲਿਖਣ ਨਾਲ ਥੋੜ੍ਹਾ ਕਿਸੇ ਨੇ ਜਿਉਂਦੇ ਰਹਿਣਾ। ਇੱਥੇ ਲੋਕਾਂ ਨੇ ਬਿਲਡਿੰਗਾਂ ਦੇ ਬਾਹਰ ਨਾਮ ਲਿਖਾਏ ਸੀ। ਰਹਿਣਾ ਕਹਿੰਦੇ ਹੈ ਜਿਹਦੇ ਕਰੈਕਟਰ ਹੋਏਗਾ, ਜਿਹਦਾ ਮੋਇਆਂ ਗੰਢ ਨੇਕੀ ਸੱਤ ਹੋਏ। ਮਰਨ ਤੋਂ ਬਾਅਦ ਗੰਢ ਥਾਲੀਆਂ 'ਤੇ, ਬਿਲਡਿੰਗਾਂ 'ਤੇ, ਇਮਾਰਤਾਂ 'ਤੇ ਨਾਮ ਲਿਖਣ ਨਾਲ ਦੁਨੀਆ 'ਤੇ ਜਗ੍ਹਾ ਨਹੀਂ ਬਣਦੀ। ਜਗ੍ਹਾ ਬਣਦੀ ਹੈ ਮੋਇਆਂ ਗੰਢ ਨੇਕੀ ਸੱਤ ਹੋਏ। ਤੁਹਾਡੇ ਅੰਦਰ ਨੇਕੀ ਹੋਏਗੀ, ਕਿਰਦਾਰ ਹੋਏਗਾ, ਕਰੈਕਟਰ ਹੋਏਗਾ, ਲੋਕਾਂ ਦੇ ਹਿਰਦਿਆਂ 'ਚ ਤੁਸੀਂ ਜਿਉਂਦੇ ਰਹੋਗੇ। ਹਜ਼ਾਰਾਂ ਸਾਲ ਪਹਿਲਾਂ ਪੈਦਾ ਹੋਏ ਵਿਅਕਤੀ ਅੱਜ ਵੀ ਲੋਕਾਂ ਦੇ ਹਿਰਦਿਆਂ 'ਚ ਕਿਉਂ ਜਿਉਂਦੇ ਨੇ? ਕਿਉਂਕਿ ਉਹ ਲੋਕ ਕਰੈਕਟਰ ਕਰਕੇ ਜਿਉਂਦੇ ਸਨ, ਕਿਰਦਾਰ ਕਰਕੇ ਜਿਉਂਦੇ ਸਨ। ਅੱਜ ਗਿਆਨ ਦੀ ਕਮੀ ਹੋ ਗਈ ਹੈ, ਅਗਿਆਨਤਾ ਦੀ ਪੂਜਾ ਹੋ ਰਹੀ ਹੈ। ਗਿਆਨਹੀਣ ਕਿਹੜੇ ਗਿਆਨ ਦੀ ਕਮੀ ਹੈ ਮਨੁੱਖੀ ਜੀਵਨ ਵਿੱਚ? ਸੋਚ ਕੇ ਵੇਖੋ ਤੁਸੀਂ। ਵੱਡੇ ਵੱਡੇ ਉਹਨਾਂ ਨੇ ਫਿਲਮਾਂ ਦੇ ਹੀਰੋ ਵੀ ਆਪਣੇ ਕਠਪੁਤਲੀਆਂ ਬਣਾਏ ਹੋਏ ਨੇ, ਜਿਹੜੇ ਫਿਲਮਾਂ ਦੇ ਵਿੱਚ ਲੋਕਾਂ ਨੂੰ ਦੱਸ ਰਿਹਾ ਸੀ ਕਿ ਇੱਦਾਂ ਠਾਕੁਰ ਜ਼ਮੀਨਾਂ ਨੱਪਦਾ ਹੈ। ਆਪ ਉਸੇ ਠਾਕੁਰ ਦੇ ਗੁਲਾਮ ਬਣ ਕੇ ਬੈਠੇ ਹੋਏ ਨੇ ਅੱਜ, ਜਿਨ੍ਹਾਂ ਨੇ ਲੋਕਾਂ ਦੀਆਂ ਫਿਲਮਾਂ ਬਣਾ ਕੇ ਲੋਕਾਂ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ ਕਿ ਇੱਦਾਂ ਠਾਕੁਰ ਗਰੀਬਾਂ ਦੀਆਂ ਜ਼ਮੀਨਾਂ ਨੱਪਦਾ, ਇੱਦਾਂ ਉਹਨਾਂ ਕੋਲੋਂ ਮਜ਼ਦੂਰੀ ਕਰਾਉਂਦਾ। ਅਤੇ ਅੱਜ ਵੀ ਉਹ ਕੁਝ ਹੋ ਰਿਹਾ। ਪਤਾ ਲੱਗ ਗਿਆ ਨਾ, ਨਕਲੀ ਹੀਰੋ ਹੈ। ਅਸਲੀ ਹੀਰੋ ਦਿੱਲੀ ਦੀ ਹਿੱਕ 'ਤੇ ਬੈਠੇ ਨੇ। ਉਹ ਨਕਲੀ ਹੀਰੋ ਸੀ ਜਿਹੜੇ ਫਿਲਮਾਂ ਵਿੱਚ ਠਾਕੁਰ ਦੇ ਕੋਲੋਂ ਜ਼ਮੀਨਾਂ ਛਡਾਉਣ ਦਾ ਨਾਟਕ ਕਰਦੇ ਸੀ। ਅਸਲੀ ਹੀਰੋ ਬੈਠੇ ਹੋਏ ਨੇ ਦਿੱਲੀ ਦੀ ਹਿੱਕ 'ਤੇ। ਉਹ ਭਾਵੇਂ ਕਿਸੇ ਵੀ ਸਟੇਟ ਦਾ ਕਿਸਾਨ ਹੋਵੇ, ਭਾਵੇਂ ਹਰਿਆਣੇ ਦਾ, ਭਾਵੇਂ ਯੂਪੀ ਦਾ ਹੈ, ਭਾਵੇਂ ਬਿਹਾਰ ਦਾ ਹੈ, ਭਾਵੇਂ ਮਹਾਰਾਸ਼ਟਰ ਦਾ, ਬੈਠਾ ਹੈ। ਮਰਲੇ ਵਾਲਾ ਵੀ ਬੈਠਾ ਹੈ, ਕਨਾਲ ਵਾਲਾ ਵੀ ਬੈਠਾ ਹੈ, ਕਿੱਲਿਆਂ ਵਾਲਾ ਵੀ ਬੈਠਾ ਹੈ, ਵੱਡੇ ਤੋਂ ਲੈ ਕੇ ਛੋਟੇ ਫਾਰਮਾਂ ਵਾਲਾ ਵੀ ਬੈਠਾ ਹੈ। ਤਾਂ ਗੁਰੂ ਸਾਹਿਬ ਜੀ ਨੇ ਜਿਹੜੀ ਵਿਚਾਰਤੀ ਗਿਆਨਹੀਣ, ਗਿਆਨ ਤੋਂ ਸਖਣਾ ਮਨੁੱਖ ਅਗਿਆਨ ਪੂਜਾ, ਉਹ ਅਗਿਆਨਤਾ ਦੀ ਪੂਜਾ ਕਰਦਾ। ਅੱਜ ਮਾਰੋ ਗਿਆਨ ਦੀ ਕਮੀ ਹੋਣ ਕਰਕੇ ਅਗਿਆਨਤਾ ਦੀ ਪੂਜਾ ਹੋ ਰਹੀ ਹੈ। ਨਹਿਰਾਂ 'ਚ ਨਾਰੀਅਲ ਸੁੱਟੇ ਜਾ ਰਹੇ ਨੇ, ਉਪਾਅ ਕੀਤੇ ਜਾ ਰਹੇ ਨੇ। ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਵਾ, ਵਰਤੋਂ ਵਿਹਾਰ ਹੀ ਅੰਨਿਆਂ ਵਾਲਾ ਹੋ ਗਿਆ। ਹੁਣ ਅੰਨਿਆਂ ਵਾਲਾ ਅੰਨਾ ਨੇਤਰਹੀਣ ਬੰਦਾ ਤਾਂ ਫਿਰ ਵੀ ਉਹ ਤਾਂ ਰੋਜ਼ ਤੁਰਦਾ ਹੈ ਨਾ, ਅਤੇ ਉਹਨੂੰ ਅੰਦਾਜ਼ਾ ਹੁੰਦਾ ਮੇਰੇ ਘਰ 'ਚ ਵਾਸ਼ਰੂਮ ਕਿੱਥੇ ਹੈ, ਮੇਰਾ ਬੈਡਰੂਮ ਕਿੱਥੇ ਹੈ। ਬੜੇ ਲੋਕ ਨੇ ਜਿਨ੍ਹਾਂ ਕੋਲ ਅੱਖਾਂ ਨਹੀਂ ਹੈਗੀਆਂ, ਪਰ ਫਿਰ ਵੀ ਆਪਣੇ ਘਰ 'ਚ ਉਹ ਕਿਸੇ ਦੀ ਹੈਲਪ ਤੋਂ ਬਿਨਾਂ ਘਰ 'ਚ ਤੁਰ ਫਿਰ ਲੈਂਦੇ ਨੇ। ਪਰ ਇਹ ਤਾਂ ਇਹੋ ਜਿਹਾ ਨੇਤਰਹੀਣ ਹੈ ਜਿਹੜਾ ਠੋਕਰਾਂ ਖਾ ਰਿਹਾ ਅੱਜ, ਗਿਆਨ ਤੋਂ ਬਿਨਾਂ, ਗੁਰੂ ਦੀ ਸਿੱਖਿਆ ਤੋਂ ਬਿਨਾਂ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਜਿੱਥੇ ਗਿਆਨ ਹੋਏਗਾ, ਜਿੱਥੇ ਆਤਮਿਕ ਗਿਆਨ ਦਾ ਅਰਥ ਹੈ ਆਤਮਿਕ ਜੀਵਨ ਦੀ ਸੋਝੀ। ਅੱਜ ਬੰਦਾ ਬੰਦੇ ਨੂੰ ਕਹਿ ਰਿਹਾ ਮੈਂ ਤੈਨੂੰ ਤੇਰੇ ਬਾਰੇ ਜਾਣਦਾ ਵਾਂ। ਕਾਸ਼ ਕਿਤੇ ਇਹ ਗੱਲ ਕਹਿੰਦਾ ਮੈਂ ਆਪਣੇ ਬਾਰੇ ਜਾਣਦਾ, ਮੈਂ ਆਪਣੇ ਅੰਦਰ ਦੀਆਂ ਛੁਪੀਆਂ ਹੋਈਆਂ ਕਲਾ ਨੂੰ ਜਾਣਦਾ ਵਾਂ ਕਿ ਮੇਰੇ ਵਿੱਚ ਪਤਾ ਨਹੀਂ ਕਿੰਨੀਆਂ ਸ਼ਕਤੀਆਂ ਛੁਪੀਆਂ ਹੋਈਆਂ ਨੇ, ਮੈਂ ਉਹਨੂੰ ਕੱਢ ਕੇ ਉਹਦੇ ਕੋਲੋਂ ਕੰਮ ਲੈ ਸਕਾਂ। ਕਾਸ਼ ਕਿਤੇ ਮੈਂ ਆਪਣੇ ਆਪ ਨੂੰ ਜਾਣਦਾ। ਜਦੋਂ ਬਾਣੀ 'ਚ ਨਾ ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੇ ਹੁਕਮ ਤਜੇ ਅਭਿਮਾਨੇ, ਪ੍ਰੇਸਿਓ ਰਾਤੀ ਰਲੀਆਂ ਮਾਨੇ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੁਕਾਨੀ, ਸਖੀ ਸਹੇਲੀ ਕਉ ਸਮਝਾਵੇ, ਸੋਈ ਕਮਾਵੇ ਜੋ ਪ੍ਰਭ ਪਾਵੇ, ਸਾਸ ਸੁਹਾਗਣ ਅੰਕ ਸਮਾਵੇ। ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਡੈਫੀਨੇਸ਼ਨ ਦਿੱਤੀ ਜਿਹੜੀ ਪ੍ਰਭੂ ਨੂੰ ਪਛਾਣਦੀ ਹੈ। ਅਤੇ ਪ੍ਰਭੂ ਕਿੱਥੇ ਹੈ? ਮੇਰੇ ਅੰਦਰ। ਆਪਣੇ ਆਪ ਨੂੰ ਪਛਾਣਨਾ ਹੀ ਪ੍ਰਭੂ ਨੂੰ ਪਛਾਣਨਾ, ਮਾਲਕ ਨੂੰ ਪਛਾਣਨਾ। ਅਤੇ ਇਹ ਪਛਾਣਾਂਗੇ ਤਾਂ ਜਦੋਂ ਮੈਨੂੰ ਆਪਣੀ ਆਤਮਿਕ ਜੀਵਨ ਦੀ ਸੋਝੀ ਹੋਏਗੀ, ਆਪਣੇ ਆਪ ਦੇ ਬਾਰੇ ਪਤਾ ਹੋਏਗਾ। ਪਰ ਹੁਣ ਕੀ ਹੋ ਗਿਆ? ਗਿਆਨਹੀਣ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਜਿੱਥੇ ਗਿਆਨ ਹੋਏਗਾ ਧਰਮ ਨਿਭਾਇਆ ਹੀ ਉੱਥੇ ਜਾ ਸਕਦਾ ਹੈ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਜਹ ਝੂਠ, ਜਿੱਥੇ ਝੂਠ ਹੋਏਗਾ ਉੱਥੇ ਪਾਪ ਹੋਏਗਾ। ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ। ਹੁਣ ਕਿੰਨੇ ਪਿਆਰੇ ਵਿਚਾਰ ਦਿੱਤੇ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹ ਪਾਪ। ਜਿੱਥੇ ਝੂਠ ਹੋਏਗਾ, ਜਿੱਥੇ ਬੇਸ ਹੀ ਝੂਠ ਹੋਏਗਾ, ਕੂੜਾ ਕੂੜੀ ਪਾਏ ਹੋਏਗਾ, ਪਾਪ ਤੇ ਆਪੇ ਹੋਏਗਾ। ਉੱਥੇ ਤੇ ਮਾੜੇ ਖਿਆਲ ਜਨਮ ਲੈਣਗੇ। ਪਾਪ ਹੀ ਤੇ ਹੈ। ਕਈ ਕਹਿੰਦੇ ਅਸੀਂ ਪਾਪ ਨਹੀਂ ਕੀਤਾ। ਪਾਪ ਨਹੀਂ ਹੈ, ਮਾੜੀ ਸੋਚ ਜਨਮ ਲੈ ਰਹੀ ਵੀ ਆਓ ਨਾ ਰੋਟੀ ਖਾਵੇ, ਕਿਤੇ ਆਓ ਨਾ ਮੇਰੇ ਤੋਂ ਅੱਗੇ ਲੰਘ ਜਾਏ, ਸਭ ਕੁਝ ਮੇਰੇ ਕੋਲ ਆ ਜਾਏ। ਇਹ ਪਾਪ ਹੀ ਤੇ ਹੈ। ਪਾਪ ਕਿਤੇ ਕੀੜਾ ਮਾਰਨਾ, ਮੱਖੀ ਕੀੜੇ ਮਕੌੜੇ ਮਾਰਨੇ, ਇਹ ਪਾਪ ਹੈ ਨਾ। ਪਾਪ ਸੋਚ ਹੈ। ਪਾਪ ਮਨ ਦੇ ਤਲ 'ਤੇ ਹੁੰਦਾ ਹੈ। ਜਹਾਂ ਝੂਠ ਤੈਂ ਪਾਪ ਹੈ, ਜਹਾਂ ਲੋਭ ਤੈਂ ਕਾਲ ਹੈ। ਜਿੱਥੇ ਲਾਲਚ ਹੋਏਗਾ ਉੱਥੇ ਕਾਲ ਹੋਏਗਾ। ਲਾਲਚ ਬੰਦੇ ਨੂੰ ਆਤਮਿਕ ਤੌਰ 'ਤੇ ਮਾਰਦਾ ਹੈ। ਜਹਾਂ ਖਿਮਾ ਤਹਾਂ ਆਪ। ਖਿਮਾ ਦਾ ਅਰਥ ਕੀ? ਸ਼ਾਂਤੀ। ਜਿੱਥੇ ਸ਼ਾਂਤੀ ਹੋਏਗੀ ਤੇ ਸ਼ਾਂਤੀ ਕਿੱਥੋਂ ਆਉਣੀ ਹੈ?
ਜਦੋਂ ਮਨੁੱਖ ਚੰਗੇ ਕੰਮ ਕਰੇਗਾ, ਜਦੋਂ ਆਤਮਿਕ ਸੂਝ ਹੋਏਗੀ ਬੰਦੇ ਨੂੰ, ਤਾਂ ਇਹ ਆਪ ਉੱਥੇ ਆਪ ਹੈ। ਗਿਆਨਹੀਣ, ਗਿਆਨ ਤੋਂ ਸਖਣਾ ਬੰਦਾ, ਅਗਿਆਨ ਪੂਜਾ, ਅਗਿਆਨਤਾ ਦੀ ਪੂਜਾ ਕਰ ਰਿਹਾ। ਅੱਜ ਮਾਰੋ ਚੁਗਿਰਦੇ 'ਚ ਅੱਜ ਅਗਿਆਨਤਾ ਕਿੱਦਾਂ ਪੂਜੀ ਜਾ ਰਹੀ ਹੈ, ਅੱਜ ਕਿੱਦਾਂ ਬੰਦਾ ਬੇਸਮਝੀ ਠੋਕਰਾਂ ਖਾ ਰਿਹਾ, ਕਿਉਂਕਿ ਗਿਆਨ ਦੀ ਕਮੀ ਹੈ। ਤਾਂ ਸਾਡੇ ਕੋਲ ਤਾਂ ਗਿਆਨ ਦਾ ਸਾਗਰ ਹੈ, ਅਸੀਂ ਤਾਂ ਗਿਆਨ ਦੇ ਸਾਗਰ ਦੇ ਕੰਢੇ ਬੈਠ ਕੇ, ਉਹ ਭਾਈ ਗੁਰਦਾਸ ਜੀ ਦਾ ਬਚਨ ਨਹੀਂ ਆਉਂਦਾ ਕਿ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਜੈਸੇ ਤੋਂ ਸਮੁੰਦਰ ਦੇ ਵਿੱਚ ਕਿੰਨੇ ਹੀਰੇ ਜਵਾਹਰਾਤ ਹੁੰਦੇ ਨੇ, ਪਰ ਬਾਹਰੋਂ ਉਹਨੂੰ ਪ੍ਰਕਰਮਾ ਕਰਨ ਦੇ ਨਾਲ ਥੋੜ੍ਹਾ ਗੱਲ ਬਣ ਜਾਣੀ ਹੈ। ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਜਿਹੜਾ ਉਹਨੂੰ ਖੋਜਦਾ, ਜਿਹੜਾ ਸਮੁੰਦਰ ਦੀ ਗਹਿਰਾਈ ਜਾਂਦਾ, ਉਹ ਬਹੁਤ ਕੁਝ ਪ੍ਰਾਪਤ ਕਰਦਾ। ਹੁਣ ਸਮੁੰਦਰ ਦੇ ਕੰਢੇ 'ਤੇ ਬੰਦਾ ਘੁੰਮਿਆ ਥੋੜ੍ਹਾ ਕੁਝ ਮਿਲੇ, ਉਹ ਤਾਂ ਸਿੱਪੀਆਂ ਘੁੱਗੇ ਮਿਲ ਸਕਦੇ, ਪਰ ਵਿੱਚ ਜਾਏਗਾ ਤਾਂ ਉਹਨੂੰ ਕਈ ਕੁਝ ਪ੍ਰਾਪਤ ਹੋ ਸਕਦਾ। ਇੱਦਾਂ ਹੀ ਗੁਰਬਾਣੀ ਦੇ ਅਸੀਂ ਬਾਹਰ ਹੀ ਪ੍ਰਕਰਮਾ ਕਰੀ ਜਾਂਦੇ ਹਾਂ। ਰਮਾਲਾ ਚੁੱਕ ਕੇ ਵਿੱਚ ਵੀ ਵੇਖ ਲਓ, 30 35 40 ਸਾਲ ਹੋ ਗਏ ਪ੍ਰਕਰਮਾ ਕਰਦਿਆਂ ਨੂੰ, ਕਦੀ ਰਮਾਲਾ ਚੱਕ ਕੇ ਦੇਖੇ ਨਹੀਂ ਥੱਲੇ ਲਿਖਿਆ ਕੀ। ਅਜੇ ਵੀ ਵਕਤ ਹੈ, ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸਵੇਰ ਦਾ ਭੁੱਲਿਆ ਕੋ ਸ਼ਾਮਾਂ ਨੂੰ ਘਰ ਆ, ਜਿਹਨੂੰ ਭੁੱਲਿਆ ਨਹੀਂ ਕਹਿੰਦੇ। ਅਜੇ ਵੀ ਵਕਤ ਹੈ, ਉੱਠੋ ਜਾਗੋ, ਆਪਣੇ ਘਰਾਂ ਸਤਿਗੁਰ ਦੀਆਂ ਬਾਣੀ ਦੀਆਂ ਪੋਥੀਆਂ ਰੱਖੀਏ, ਬਾਣੀ ਖੁਦ ਪੜ੍ਹੀਏ। ਸਾਨੂੰ ਕਿਸੇ ਭੇਖੀ ਪਖੰਡੀ ਦੇ ਅੱਗੇ ਜਾ ਕੇ ਲੰਮੇ ਪੈਣ ਦੀ ਲੋੜ ਹੀ ਨਹੀਂ। ਗ੍ਰਸਤੀ ਪਰਿਵਾਰਾਂ 'ਚ ਬੈਠ ਕੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਖੁਦ ਨਿਭਾ ਸਕਦੇ ਹਾਂ। ਜਿੰਨੇ ਵਧੀਆ ਤਰੀਕੇ ਨਾਲ ਬੰਦਾ ਆਪਣੇ ਆਪ ਨੂੰ ਆਪ ਸਮਝਾ ਸਕਦਾ ਨਾ, ਦੂਜਾ ਨਹੀਂ ਕਿਸੇ ਨੂੰ ਸਮਝਾ ਸਕਦਾ। ਅਸੀਂ ਕਹਿ ਦਿੰਦੇ ਹਾਂ ਤੂੰ ਇਹਨੂੰ ਸਮਝਾ ਕੇ ਵੇਖ ਨਾ। ਇੱਕ ਸਮਾਂ ਆਉਂਦਾ ਜਦੋਂ ਪੁੱਤ ਨਵਾਂ ਨਸ਼ੇ 'ਤੇ ਲੱਗੇ ਨਾ, ਉਦੋਂ ਕੋਈ ਕਹਿੰਦਾ ਜੀ ਇਹਨੂੰ ਸਮਝਾਓ ਸ਼ਾਇਦ ਸੁਧਰ ਜਾਏ, ਪਰ ਇੱਕ ਵਕਤ ਆਉਂਦਾ ਜਦੋਂ ਉਹਨੂੰ ਉਹ ਬੇਇੱਜ਼ਤੀ ਮਹਿਸੂਸ ਕਰਦਾ ਵੀ ਤੁਸੀਂ ਹਰ ਰਿਸ਼ਤੇਦਾਰ ਦੇ ਸਾਹਮਣੇ ਮੇਰਾ ਚਿੱਠਾ ਖੋਲ੍ਹ ਦਿੰਦੇ ਹੋ, ਘਰ ਆਏ ਬੰਦੇ ਸਾਹਮਣੇ ਮੇਰੀ ਗੱਲ ਕਰਦੇ ਹੋ, ਮੇਰੀ ਇਨਸਲਟ ਕਰਦੇ ਹੋ, ਮੇਰੀ ਬੇਇੱਜ਼ਤੀ ਕਰਦੇ ਹੋ। ਫਿਰ ਘਰ ਦੇ ਵੀ ਡਰਦੇ ਆ, ਕਹਿੰਦੇ ਹੁਣ ਸਮਝਾਉਣ ਵਾਲੇ ਪੱਧਰ ਤੋਂ ਉੱਪਰ ਚਲੇ ਗਏ, ਹੁਣ ਉਹ ਸਟੇਜ ਲੰਘ ਚੁੱਕਾ, ਹੁਣ ਇਹਨੂੰ ਸਮਝਾਉਣ ਦੀ ਲੋੜ ਨਹੀਂ। ਹੁਣ ਬਚ ਸਕਦਾ ਜੇ ਆਪਣੇ ਆਪ ਨੂੰ ਆਪ ਸਮਝਾਵੇ, ਦੂਜਾ ਨਹੀਂ ਉਹਨੂੰ ਸਮਝਾ ਸਕਦਾ ਕੋਈ। ਅਤੇ ਹੈ ਸੱਚ ਇੱਦਾਂ ਹੀ ਹੈ, ਕੋਈ ਕਿਸੇ ਨੂੰ ਨਹੀਂ ਸਮਝਾ ਸਕਦਾ ਜੀ, ਇਹ ਭੁਲੇਖਾ ਹੈ। ਜਿੱਦਣ ਬੰਦਾ ਆਪਣੇ ਆਪ ਨੂੰ ਆਪ ਸਮਝਾਉਣ ਤੁਰਦਾ ਹੈ ਨਾ, ਉਦਣ ਤਾਂ ਫਿਰ ਰਾਤ ਸੌਂਦਾ ਕੁਝ ਹੋਰ ਹੈ ਅਤੇ ਸਵੇਰੇ ਉੱਠਦਾ ਕੁਝ ਹੋਰ ਹੈ। ਉਦੋਂ ਤਾਂ ਫਿਰ ਜ਼ਿੰਦਗੀ ਜਿਉਣ ਦਾ ਤਰੀਕਾ ਹੀ ਬਦਲ ਜਾਂਦਾ ਹੈ, ਜਿੱਦਣ ਬੰਦਾ ਆਪਣੇ ਆਪ ਨੂੰ ਸਮਝਾਉਣ ਤੁਰਦਾ ਹੈ। ਅਤੇ ਬੰਦੇ ਕੋਲ ਹੈ ਕਲਾ, ਆਪਣੇ ਆਪ ਨੂੰ ਸਮਝਾਉਣ ਦੀ ਸ਼ਕਤੀ ਹੈ ਬੰਦੇ ਦੇ ਕੋਲ, ਬੰਦੇ ਕੋਲ ਤਾਕਤ ਹੈ। ਇਹੋ ਬਾਣੀ ਸਮਝਾ ਰਹੀ ਸਾਨੂੰ। ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਵਾ, ਜਿਹੜਾ ਵਰਤੋਂ ਵਿਹਾਰ ਤਰਾਨਿਆਂ ਵਾਲਾ ਕਿਉਂ ਹੈ? ਕਿਉਂਕਿ ਭਾਉ ਦੂਜਾ, ਤੇਰਾ ਭਾਉ ਦੂਜਿਆਂ ਨਾਲ। ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਜਾ ਕੇ ਹਿਰਦੇ ਭਾਉ ਹੈ ਦੂਜਾ। ਰੇ ਜਨ ਮਨ ਮਾਧੋ ਸਿਉ ਲਾਈਏ, ਚਤੁਰਾਈ ਨਾ। ਚਲਾਕੀਆਂ ਜ਼ਿੰਦਗੀ ਨੂੰ ਤਬਾਹ ਕਰਦੀਆਂ ਨੇ। ਚਲਾਕੀਆਂ ਵਾਲਾ ਬੰਦਾ ਤੇ ਪਰਿਵਾਰ 'ਚ ਫਿੱਟ ਨਹੀਂ ਹੁੰਦਾ। ਤੁਸੀਂ ਆਪਣੇ ਘਰ 24 ਘੰਟੇ ਚਲਾਕੀਆਂ ਕਰੋ, ਪਰਿਵਾਰ ਚਲਾਉਣ ਲਈ ਗੱਲ ਬਣਦੀ ਨਾ, ਸਵਾਲ ਨਹੀਂ ਪੈਦਾ ਹੁੰਦਾ। 1 ਮਿੰਟ 'ਚ ਬੰਦਾ ਫੜਿਆ ਜਾਂਦਾ ਵੀ ਇਹ ਚਲਾਕੀ ਕਰ ਰਿਹਾ ਭਾਈ। ਬਾਣੀ ਸਿਆਣਾ ਬਣਾਉਂਦੀ ਹੈ, ਚਲਾਕੀਆਂ ਨਹੀਂ। ਚਲਾਕੀਆਂ ਨੂੰ ਤਾਂ ਨੁਕਸਾਨ ਹੁੰਦਾ ਹੈ। ਚਲਾਕੀਆਂ ਥਾਂ ਥਾਂ 'ਤੇ ਆ ਕੈਮਰੇ ਕਿਹਨਾਂ ਵਾਸਤੇ ਲਾਏ ਨੇ? ਚਲਾਕੀਆਂ ਵਾਲਿਆਂ ਵਾਸਤੇ ਲਾਏ ਨੇ, ਵੀ ਚਲਾਕੀ ਕਰਦਾ ਬੰਦਾ ਪਤਾ ਨਾ ਲੱਗੇ ਇੱਥੇ ਮੈਂ ਚੋਰੀ ਕਰਨ ਆਇਆ। ਫਿਰ ਵੀ ਬੰਦਾ ਕਈ ਵਾਰੀ ਧੋਖਾ ਦੇਣ ਵਿੱਚ ਕਾਮਯਾਬ ਹੋ ਜਾਂਦਾ, ਪਰ ਪਛਤਾਉਂਦਾ ਹੈ ਬਾਅਦ ਵਿੱਚ। ਆਓ ਇਹਨਾਂ ਚਲਾਕੀ ਭਰਿਆਂ ਜੀਵਨਾਂ 'ਚੋਂ ਬਾਹਰ ਨਿਕਲ ਕੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸੁਚੱਜਾ ਗਿਆਨ ਲਈਏ। ਆੜੇ ਤਿੰਨੇ ਸਲੋਕ ਲੜੀਵਾਰ 20, 21, 22 ਇਹਨਾਂ ਨੂੰ ਤੁਸੀਂ ਪੜ੍ਹ ਕੇ ਵੇਖੋ। ਜਾਓ ਤੋਂ ਪ੍ਰੇਮ ਖੇਲਣ ਕਾ। ਹੁਣ ਮੈਂ ਫੈਸਲਾ ਕਰਨਾ ਮੈਂ ਕਿਹੜੇ ਰਾਹ ਤੁਰਨਾ। ਮੈਂ ਕਰੜਾਂ ਵਾਲੇ ਰਾਹ ਪੈਣਾ, ਮੈਂ ਪ੍ਰੇਮ ਵਾਲੇ ਰਾਹ ਪੈਣਾ। ਜੇ ਮੈਂ ਪ੍ਰੇਮ ਵਾਲੇ ਰਾਹ ਪੈਣਾ ਤਾਂ ਗਿਆਨ ਜੀਵਨ 'ਚ ਲਿਆਉਣਾ ਪਏਗਾ। ਪਰ ਇੱਥੇ ਹੋਇਆ ਕਿ ਗਿਆਨਹੀਣ ਹੈ, ਗਿਆਨ ਤੋਂ ਸਖਣਾ ਹੋ ਗਿਆ। ਗਿਆਨਹੀਣ ਅਗਿਆਨ ਪੂਜਾ, ਅਗਿਆਨਤਾ ਦੇ ਵਿੱਚ ਆਪਣੇ ਜੀਵਨ ਨੂੰ, ਕਿਉਂਕਿ ਉਹਨੂੰ ਬੇਸਮਝੀ ਪਸੰਦ ਹੈ, ਬੇਅਕਲੀਆਂ ਗੱਲਾਂ ਪਸੰਦ ਨੇ। ਆਪ ਜਿੱਦਾਂ ਦਾ ਕਮਲ ਕੁੱਟਦਾ ਉੱਦਾਂ ਦੀਆਂ ਕਮਲ ਕੁੱਟਣ ਵਾਲੀਆਂ ਉਹਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ। ਆਪ ਜਿਸ ਦਲਦਲ 'ਚ ਫਸੇ ਹੈ, ਐਵੇਂ ਥੋੜ੍ਹਾ ਆਖਿਆ ਸੀ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਗਿਆਨ ਤੋਂ ਸਖਣਾ ਬੰਦਾ ਕਿੱਦਾਂ ਗੁਰੂ ਕੋਲ ਬੈਠ ਜਾਏਗਾ? ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰਜੀ ਵਾ ਹੋਏ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਮਹਾਰਾਜ ਕਿਉਂ ਕਹਿੰਦੇ? ਉੱਥੇ ਸੱਚ ਵਰਤਦਾ। ਕੂੜਿਆਰਾਂ ਚਿੱਤ ਉਦਾਸ, ਓਏ ਵਾਲ ਛਾਲ ਕਰ ਚੱਤ ਕੱਢਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ। ਤੋ ਇਹ ਸ਼ਬਦ ਕਿਉਂ ਰਤੇ? ਗੁਰੂ ਸਾਹਿਬ ਜੀ ਕਹਿੰਦੇ ਆ ਭਾਈ ਆਪਣੀ ਜ਼ਿੰਦਗੀ ਸੁਚੱਜਾ ਗਿਆਨ ਲੈ ਕੇ ਆ। ਬੇਈਮਾਨੀਆਂ ਠੱਗੀਆਂ ਵੀ ਗਿਆਨ ਨਾਲ ਹੀ ਵੱਜਦੀਆਂ, ਪਰ ਉਹ ਗਿਆਨ ਜ਼ਿੰਦਗੀ ਨੂੰ ਤਬਾਹ ਕਰਨ ਵਾਲਾ ਹੁੰਦਾ ਹੈ। ਇੰਟਰਨੈਟ ਘਰਾਂ 'ਚ ਲੱਗੇ ਹੋਏ ਨੇ, ਮੋਬਾਇਲ ਤੁਹਾਡੇ ਕੋਲ ਨੇ,
ਆਪਣੇ ਬੱਚਿਆਂ ਨਾਲ ਆਪ ਬੈਠ ਕੇ ਗੱਲ ਫੈਸਲਾ ਕਰ ਲਓ। ਇੰਟਰਨੈਟ ਵਿੱਚ ਜ਼ਹਿਰ ਵੀ ਹੈ ਅਤੇ ਅੰਮ੍ਰਿਤ ਵੀ ਹੈ। ਜ਼ਿੰਦਗੀ ਨੂੰ ਸਵਾਰਨ ਵਾਲਾ ਗਿਆਨ ਵੀ ਹੈ, ਜ਼ਿੰਦਗੀ ਨੂੰ ਵਿਗਾੜਨ ਵਾਲਾ ਵੀ ਗਿਆਨ ਹੈ। ਫੈਸਲਾ ਆਪਾਂ ਕਰਨਾ ਮੈਂ ਕਿਹੜਾ ਗਿਆਨ ਲੈਣਾ। ਇੱਕ ਸੁਚੱਜਾ ਗਿਆਨ ਹੈ, ਉਹ ਕਿਹੜਾ ਗਿਆਨ? ਆਪਣੀ ਆਤਮਿਕ ਸੂਝ ਵਾਲਾ ਗਿਆਨ, ਆਪੇ ਦੀ ਪਹਿਚਾਣ ਕਰਨ ਵਾਲਾ ਗਿਆਨ। ਇਹ ਗਿਆਨ ਹੈ ਜਿਹੜਾ ਦੂਜਿਆਂ ਨੂੰ ਧੋਖੇ ਦੇਣ ਵਾਲਾ ਗਿਆਨ ਹੈ, ਠੱਗੀਆਂ ਮਾਰਨ ਵਾਲਾ ਗਿਆਨ ਹੈ। ਇੱਕ ਹੈ ਆਪੇ ਦੀ ਪਹਿਚਾਣ ਕਰਨ ਵਾਲਾ ਗਿਆਨ। ਜਿਹਨੂੰ ਬਾਣੀ ਕਹਿੰਦੀ ਹੈ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕਰੇ। ਇਹੋ ਜਿਹਾ ਗਿਆਨ ਇਕੱਠਾ ਕਰ ਲਾ ਜਿਹਦੇ ਨਾਲ ਤੂੰ ਸੱਚ ਦਾ ਸੇਵਕ ਬਣ ਸਕੇ ਅਤੇ ਆਪਣੇ ਆਪੇ ਦੀ ਪਹਿਚਾਣ ਕਰ ਸਕੇ। ਅੰਧ ਵਰਤਾਵਾ ਭਾਉ ਦੂਜਾ, ਅੰਨਿਆਂ ਵਾਲਾ ਵਰਤੋਂ ਵਿਹਾਰ ਅਤੇ ਭਾਉ ਦੂਜਾ, ਇਹ ਜ਼ਿੰਦਗੀ 'ਚੋਂ ਬਾਹਰ ਨਿਕਲ ਜਾਏਗਾ, ਜ਼ਿੰਦਗੀ ਖੂਬਸੂਰਤ ਬਣ ਜਾਏਗੀ। ਗੁਰੂ ਬਖਸ਼ਿਸ਼ ਕਰੇ। 22 ਨੰਬਰ ਸਲੋਕ ਦਾ ਆਪਾਂ ਪਾਠ ਅਤੇ ਵਿਚਾਰ ਸਾਂਝੇ ਕੀਤੇ ਨੇ। 1412 ਨੰਬਰ ਅੰਕ 'ਤੇ ਇਹ ਸਲੋਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹੈ। ਫਿਰ ਦੁਬਾਰਾ ਉਹੀ ਬੇਨਤੀ, ਆਪ ਬਾਣੀ ਪੜ੍ਹੋ, ਸਹਿਜ ਪਾਠ ਕਰੋ, ਕੋਸ਼ਿਸ਼ ਕਰੋ ਘਰਾਂ 'ਚ ਪੋਥੀਆਂ ਰੱਖੋ, ਭਾਵੇਂ ਥੋੜ੍ਹਾ ਸਮਾਂ ਹੀ ਰੋਜ਼ ਕੱਢੋ, ਪਰ ਵਿਚਾਰੋ ਜ਼ਰੂਰ। ਸਾਰਿਆਂ ਦਾ ਧੰਨਵਾਦ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।